राबी निमरत फोन कर दी थी कहती चाचू फोन नहीं चकदे चाचू फोन नहीं चकदे मम्मी चाचू फोन नहीं चकदे कहते कल ना आना कल भी नहीं आया तू कल भी नहीं आया राबी किन्ना निमरत नूं फोन करदा बीते दिनी जम्मू कश्मीर के राजौरी च ड्यूटी दौरान बंब धमाके च शहीद होए हुशियारपुर के हलका दसूहा अधीन आउंदे पिंड खैड़ा कोटली के रहन वाले 25 साला नौजवान मनजीत सिंह साबी का अज उसके जद्दी पिंड च ही सरकारी सन्मानां नाल अंतिम संस्कार किया गया। अज सवेरे करीब 11 बजे जिवें ही शहीद मनजीत सिंह साबी दी मृतक दे पिंड च पहुंची तां हर एक पिंड वासी दीयां अखां नम हो गईयां ਅਤੇ हर एक दी अख चों हंझू बह गए ਅਤੇ पूरा आसमान शहीद मनजीत सिंह अमर रहे दे नारियां नाल गूंज उठिया। जानकारी मुताबिक मनजीत सिंह करीब 5 साल पहला ही भारतीय फौज विच भर्ती होया सी ਅਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਉਸਨੇ ਛੁੱਟੀ ਲੈ ਕੇ ਘਰ ਵਾਪਸ ਆਉਣਾ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾबिक ਸ਼ਹੀਦ ਮਨਜੀਤ ਸਿੰਘ ਸਾਬੀ ਦੀ ਮੰਗਣੀ ਹੋ ਚੁੱਕੀ ਸੀ ਅਤੇ ਕੁਝ ਸਮੇਂ ਤੱਕ ਉਸਦੇ ਵਿਆਹ ਦੀ ਤਾਰੀਖ ਤੈਅ ਕੀਤੀ ਜਾਣੀ ਸੀ। ਸ਼ਹੀਦ ਮਨਜੀਤ ਸਿੰਘ ਦੀ ਸ਼ਹੀਦੀ ਤੇ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਪਰਿਵਾਰ ਚੋਂ ਇੱਕ ਮੈਂਬਰ ਨੂੰ सरकारी नौकरी देने का ऐलान किया गया। इस मौके SSP हुशियारपुर कुलवंत सिंह हीर, DC हुशियारपुर अपनीत रियात, दसूहा विधायक अरुण मिक्की डोगरा, आम पार्टी हल्का इंचार्ज और शहीद के पिंड निवासी करमवीर सिंह घुम्मन, जगमोहन सिंह जी घुम्मन, बसपा हल्का इंचार्ज सुशील कुमार पिंकी, SDM रणदीप सिंह हीर, DSP रंजीत सिंह, SHO गुरप्रीत सिंह, पहलवान निर्मल सिंह आसपुर, अमोलक हुंदल, उद्योगपति कृष्णदेव खोसला, जरनैल सिंह पिंडर ते होर समाजिक ते राजनीतिक ते धार्मिक आगू मौजूद सन। आजाद पोस्ट पंजाबी तो मैं बलविंदर कौर लगाना।
ਅੱਜ ਅਸੀਂ ਸ਼ਹੀਦ ਸਿਪਾਹੀ ਮਨਜੀਤ ਸਿੰਘ ਪਿੰਡ ਖੇੜਾ ਕੋਟਲੀ ਜੋ ਕਿ 17 ਸਿਖਲਾਈ ਯੂਨਿਟ ਦੇ ਵਿੱਚ ਤਾਇਨਾਤ ਸੀ ਜੰਮੂ ਕਸ਼ਮੀਰ ਦਾ ਏਰੀਆ ਰਜੌਰੀ ਵਾਲਾ ਜੋ ਏਰੀਆ ਹੈ ਉਸ ਵਿੱਚ ਨੌਕਰੀ ਕਰ ਰਿਹਾ ਸੀ। 30 ਤਰੀਕ ਨੂੰ ਉਹਨਾਂ ਦੀ ਤੇ ਇੱਕ ਅਫਸਰ ਦੀ ਸ਼ਹਾਦਤ ਹੋ ਗਈ ਇੱਕ ਬਲਾਸਟ ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਪਿੰਡ ਸਿਵਲ ਐਡਮਿਨਿਸਟ੍ਰੇਸ਼ਨ ਜਿਸ ਦੇ ਵਿੱਚ MLA ਸਾਹਿਬ, DC ਮੈਡਮ, SSP ਸਾਹਿਬ ਅਤੇ ਹੋਰ ਬਹੁਤ ਸਾਰੇ ਲੀਡਰ ਆਏ ਹੋਏ ਹਨ। ਉਹਨਾਂ ਦਾ ਜੋ ਸੰਸਕਾਰ ਹੈ ਉਹ ਪੂਰਾ ਮਿਲਟਰੀ ਆਨਰ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੂਰੇ ਆਨਰ ਨਾਲ ਕੀਤਾ ਜਾ ਰਿਹਾ ਹੈ। CM ਸਾਹਿਬ ਨੇ ਆਲਰੇਡੀ ਜੋ ਵੀ ਫਾਈਨੈਂਸ਼ੀਅਲ ਅਸਿਸਟੈਂਸ ਮਿਲਣੀ ਹੈ ਉਹ 50 ਲੱਖ ਦੀ ਅਨਾਉਂਸ ਕਰ ਚੁੱਕੇ ਹਨ। ਆਰਮੀ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਉਹਨਾਂ ਨੂੰ 40 ਲੱਖ ਰੁਪਏ ਦਾ ਜੋ ਇੰਸ਼ੋਰੈਂਸ ਹੈ ਉਹ ਪੈਸਾ ਆਉਣਾ ਹੈ। ਉਸ ਤੋਂ ਇਲਾਵਾ 40 ਲੱਖ ਰੁਪਈਆ ਜੋ ਐਕਸ ਗ੍ਰੇਸ਼ੀਆ ਉਹ ਆਉਣਾ ਹੈ। 5 ਲੱਖ ਰੁਪਈਆ J&K ਗਵਰਨਮੈਂਟ ਵੱਲੋਂ ਅਤੇ ਹੋਰ ਬਾਕੀ ਬਣਦੀਆਂ ਸਹੂਲਤਾਂ ਜੋ ਹੈ ਉਹਨਾਂ ਨੂੰ ਮੁਹੱਈਆ ਉਹਨਾਂ ਦੇ ਪਰਿਵਾਰ ਨੂੰ ਕਰਵਾਈਆਂ ਜਾਣਗੀਆਂ। ਪਰਿਵਾਰ ਨੂੰ ਕੋਈ ਸਰਕਾਰੀ ਨੌਕਰੀ ਵਾਲਾ ਇਸ ਦੇ ਬਾਰੇ ਜੋ ਰੂਲਿੰਗ ਹੈ, ਕਾਨੂੰਨ ਹੈ, ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਥੈਂਕ ਯੂ। ਸਾਡੇ ਭਾਰਤੀ ਸੈਨਾ ਦਾ ਜਵਾਨ ਮਨਜੀਤ ਸਿੰਘ ਸ਼ਹੀਦ ਹੋਇਆ ਹੈ। ਉਹਦੀ ਸ਼ਹਾਦਤ ਤੇ ਕੁਝ ਵੀ ਅਸੀਂ ਦੇ ਲਈਏ ਕਰ ਲਈਏ, ਲੇਕਿਨ ਜਿਹੜਾ ਹੈ ਉਹਦਾ ਪਰਿਵਾਰ ਦਾ ਦੇਣ ਅਸੀਂ ਨਹੀਂ ਦੇ ਸਕਦੇ। ਲੇਕਿਨ ਫਿਰ ਵੀ ਪੰਜਾਬ ਗਵਰਨਮੈਂਟ ਨੇ ਜਿਹੜਾ ਹੈ CM ਸਾਹਿਬ ਨੇ 50 ਲੱਖ ਰੁਪਏ ਉਹਨਾਂ ਪਰਿਵਾਰ ਲਈ ਅਨਾਉਂਸ ਕੀਤਾ ਹੈ ਔਰ ਇਸ ਤੋਂ ਬਾਅਦ ਉਹਨੂੰ CM ਸਾਹਿਬ ਨਾਲ ਗੱਲ ਕਰਕੇ ਜੋ ਵੀ CM ਸਾਹਿਬ ਆਦੇਸ਼ ਦੇਣਗੇ ਉਹ ਜਿਹੜਾ ਹੈ ਮੈਂ ਤੁਹਾਨੂੰ ਦੱਸਾਂਗਾ। ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਈ ਸਮਾਰਕ ਹੋਣਾ ਚਾਹੀਦਾ, ਸਕੂਲ ਦਾ ਨਾਮ ਹੋਣਾ ਚਾਹੀਦਾ, ਉਹਦੇ ਬਾਰੇ ਤੁਸੀਂ ਦੇਖੋ ਗੱਲ ਇਹ ਹੈ, ਇਹ ਸਾਰੀਆਂ ਗੱਲਾਂ ਅਸੀਂ ਹੋਣਗੀਆਂ। ਕਾਂਗਰਸ ਪਾਰਟੀ ਖਾਸ ਕਰਕੇ ਸ਼ਹੀਦਾਂ ਦਾ ਬੜਾ ਸਨਮਾਨ ਕਰਦੀ ਹੈ। ਉਹਨਾਂ ਦੇ ਸਨਮਾਨ ਦੇ ਵਿੱਚ ਕੁਝ ਵੀ ਸਾਨੂੰ ਕਰਨਾ ਪਿਆ ਮੈਂ CM ਸਾਹਿਬ ਨਾਲ ਗੱਲ ਕਰਾਂਗਾ ਔਰ ਜ਼ਰੂਰ ਕੁਝ ਨਾ ਕੁਝ ਜਿਹੜਾ ਹੈ ਉਸ ਬੱਚੇ ਦੇ, ਉਸ ਜਵਾਨ ਦੀ ਨਾਮ ਤੇ ਕੁਝ ਨਾ ਕੁਝ ਜਿਹੜਾ ਹੈ ਕਰਾਂਗੇ। ਮੈਂ ਇਹ ਕਹਿਣਾ ਚਾਹਾਂਗਾ ਜੀ, ਇਸ ਸ਼ਹੀਦ ਪਰਿਵਾਰ ਨਾਲ ਸਾਡੇ ਬਹੁਤ ਪੁਰਾਣੇ ਲਿੰਕ ਨੇ ਜੀ ਤੇ ਇਸ ਸ਼ਹੀਦ ਨੇ ਸਾਡੇ ਪਿੰਡ ਦਾ ਨਾਂ ਰੌਸ਼ਨ ਆਲ ਵਰਲਡ ਦੇ ਵਿੱਚ ਕੀਤਾ ਜੀ। ਸ਼ਹੀਦ ਹੋਣ ਤੋਂ ਪਹਿਲਾਂ ਉਹ ਉਸ ਪਰਿਵਾਰ ਦਾ ਬੱਚਾ ਜੀ, ਬੇਟਾ ਆ, ਪਰ ਉਸ ਪਰਿਵਾਰ ਨੂੰ ਬਹੁਤ ਘਾਟਾ ਪਿਆ ਉਸਦੇ ਜਾਣ ਦਾ। ਪਰ ਮੈਂ ਇਹ ਗੱਲ ਦਾ ਆਪਣੇ ਆਪ 'ਚ ਫਖਰ ਮਹਿਸੂਸ ਕਰਦਾ ਕਿ ਮੇਰਾ ਪਿੰਡ ਸ਼ਹੀਦ ਪਰਿਵਾਰ ਨਾਲ ਰਿਲੇਟਡ ਹੈ ਤੇ ਮੇਰਾ ਪਿੰਡ ਖੇੜਾ ਕੋਟਲੀ ਹੈ। ਤੇ ਆਉਣ ਵਾਲੇ ਸਮੇਂ ਵਿੱਚ ਸ਼ਹੀਦ ਦੇ ਪਰਿਵਾਰ ਵਾਸਤੇ ਜਾਂ ਉਹਦੇ ਨਾਮ ਦੇ ਉੱਤੇ ਕੋਈ ਸਮਾਰਕ ਬਣਾਉਣ ਦੀ ਵੀ ਕੋਈ ਜਿਹੜੀ ਆ ਮੰਗ ਉੱਠ ਰਹੀ ਹੈ? ਬਿਲਕੁਲ, ਅੱਜ ਹੀ ਮੇਰੀ MLA ਸਾਹਿਬ ਨਾਲ ਗੱਲ ਹੋਈ ਮਿੱਕੀ ਡੋਗਰਾ ਜੀ ਨਾਲ। ਅਸੀਂ ਸ਼ਹੀਦ ਦੇ ਨਾਂ ਦੇ ਉੱਤੇ ਇੱਕ ਸਟੇਡੀਅਮ ਬਣਾਉਣ ਦਾ ਵਿਚਾਰ ਕਰ ਰਹੇ ਹਾਂ, ਇੱਕ ਗੇਟ ਬਣਾਉਣ ਦਾ ਵਿਚਾਰ ਕਰ ਰਹੇ ਹਾਂ ਜੀ। ਠੀਕ ਹੈ। ਬੜੀ ਦੁਖਦਾਈ ਘਟਨਾ ਜੀ, ਤੁਸੀਂ ਆਪ ਹੀ ਵੇਖ ਸਕਦੇ ਹੋ ਕੀ ਹਾਲਾਤ ਆ। ਤੇ ਸਾਡੇ ਪਿੰਡ ਦਾ ਸਾਡਾ ਬੱਚਾ ਸੀਗਾ, ਭਰਾ ਛੋਟਾ ਸਾਡਾ, ਤੇ ਉਮਰ ਵੀ ਕੁਛ ਨਹੀਂ, ਕਿ 25 ਸਾਲ ਉਮਰ ਸੀਗੀ ਮਨਜੀਤ ਦੀ। ਅਸੀਂ ਤੇ ਪਿਆਰ ਨਾਲ ਸਾਰੇ ਸਭ ਹੀ ਕਹਿੰਦੇ ਸੀਗੇ। ਤੇ ਬੜੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜੀ। ਮਤਲਬ ਫੈਮਿਲੀ 'ਚ ਕੌਣ ਪਿੱਛੇ ਰਹਿ ਗਏ? ਇਹ 4 ਭੈਣਾਂ ਸੀਗੀਆਂ ਜੀ ਜਿਹੜੀਆਂ ਵਿਆਹੀਆਂ ਨੇ। ਵੱਡਾ ਬ੍ਰਦਰ ਆ ਮਿੰਟੂ ਅਵਤਾਰ, ਉਹ ਵੀ ਵਿਆਹ ਹੋਇਆ ਜੀ। ਇਹਦਾ ਵੀ ਰਿਸ਼ਤਾ ਹੋਇਆ ਸੀਗਾ 2 ਮਹੀਨੇ ਪਹਿਲਾਂ ਹੀ, ਤੇ ਹੁਣ ਇਹਦਾ ਆਪਾਂ ਵਿਆਹ ਪਿੰਡ ਕਰਨਾ ਸੀਗਾ ਸਾਰਿਆਂ ਨੇ। ਉਹਦੀ ਤਰੀਕ ਛੁੱਟੀ ਆਉਣ 'ਤੇ ਵਿਆਹ ਹੋਣਾ ਸੀਗਾ ਇਹਦਾ ਜੀ। ਮਤਲਬ ਆਏ ਦਿਨ ਬਾਰਡਰਾਂ 'ਤੇ ਇਹੋ ਜਿਹੇ ਹਾਲਾਤ ਬਣਦੇ ਆ, ਕੀ ਕਹਿਣਾ ਚਾਹੁੰਦੇ? ਬਹੁਤ ਮਾੜੀ ਗੱਲ ਹੈ ਜੀ। ਲੋਕਾਂ ਦੇ ਬੱਚੇ ਸ਼ਹੀਦ ਹੋ ਰਹੇ ਆ। ਦੇਖੋ ਕਿੱਡੇ ਨਿੱਕੇ ਨਿੱਕੇ ਬੱਚੇ ਸਾਡੇ ਭਰਾ ਸਾਰੇ ਸ਼ਹੀਦ ਹੋ ਗਏ ਆ, ਪਰ ਸਰਕਾਰਾਂ ਨੇ ਇਹਨਾਂ ਵੱਲ ਧਿਆਨ ਨਹੀਂ ਗਿਆ। ਜਾਂ ਤਾਂ ਸ਼ਹੀਦੀਆਂ ਸਾਡੀਆਂ ਵਿਅਰਥ ਨਾ ਜਾਣ। ਤੇ ਬੱਚੇ ਸਾਡੇ ਸ਼ਹੀਦ ਹੋ ਰਹੇ ਆ, ਘੱਟੋ ਘੱਟ ਸਰਕਾਰਾਂ ਨੂੰ ਇਹਦਾ ਅਹਿਸਾਸ ਤਾਂ ਹੋਣਾ ਚਾਹੀਦਾ। ਅੱਜ ਠੀਕ ਹੈ, ਸਾਰਾ ਪ੍ਰਸ਼ਾਸਨ ਇੱਥੇ ਆਇਆ, ਮੁੜ ਕੇ ਕਿਸੇ ਨੇ ਪਰਿਵਾਰ ਦੀ ਸਾਰ ਨਹੀਂ ਲੈਣੀ। ਇਹ ਸਿਰਫ ਸ਼ਹੀਦ ਪਰਿਵਾਰ ਗਿਣਿਆ ਜਾਣਾ ਸਾਰੀ ਜ਼ਿੰਦਗੀ। ਤੇ ਬੜੀ ਮਾੜੀ ਗੱਲ ਆ ਜੇ ਸਾਡੇ ਬੱਚੇ ਸ਼ਹੀਦ ਹੋ ਰਹੇ ਆ, ਤੇ ਘੱਟੋ ਘੱਟ ਦੇਸ਼ ਨੂੰ ਤਾਂ ਉਹਦਾ ਕੋਈ ਫਾਇਦਾ ਹੋਵੇ। ਰੋਜ਼ ਕੋਈ ਨਾ ਕੋਈ ਸਾਡਾ ਬੱਚਾ ਸ਼ਹੀਦ ਹੋ ਰਿਹਾ, ਤੇ ਇਹਦਾ ਕੋਈ ਨਾ ਕਿ ਸਰਕਾਰ ਨੂੰ ਨਾ ਕਿ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਓਕੇ। ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਜਿਹੜਾ ਮੁੰਡਾ ਆਪਣਾ ਫੌਜੀ ਵੀਰ ਸ਼ਹੀਦ ਹੋਇਆ ਮਨਜੀਤ ਸਿੰਘ ਸਾਬੀ, ਇਲਾਕੇ ਦਾ ਤਾਂ ਚਲੋ ਉਹਨੇ ਨਾਮ ਰੋਸ਼ਨ ਕੀਤਾ ਵਾ, ਪਰ ਇੱਥੇ ਆ ਕੇ ਇਹੋ ਜਿਹੀ ਯਾਦ ਆਉਂਦੀ ਹੈ ਕਿ ਜੋ ਆਪਾਂ ਰਾਤ ਨੂੰ ਚੈਨ ਦੀ ਨੀਂਦ ਸੌਂ ਰਹੇ ਹਾਂ ਇਹਨਾਂ ਫੌਜੀ ਵੀਰਾਂ ਕਰਕੇ ਆ। ਕਿਉਂਕਿ ਜੇ ਕਿਤੇ ਬਾਰਡਰ 'ਤੇ ਸਾਡੀ ਰੱਖਿਆ ਨਾ ਕਰਨ ਤੇ ਆਪਾਂ ਚੈਨ ਦੀ ਨੀਂਦ ਨਹੀਂ ਸੌ ਸਕਦੇ। ਤਾਂ ਇੱਕ ਉਹਨਾਂ ਦੀ ਮਾਤਾ ਦਾ ਦੁੱਖ ਦੇਖ ਕੇ, ਉਹਨਾਂ ਦੇ ਬ੍ਰਦਰ ਦਾ, ਉਹਨਾਂ ਦੀਆਂ ਭੈਣਾਂ ਦਾ ਦੁੱਖ ਦੇਖ ਕੇ ਨਾ ਇੱਕ ਦਿਲ ਜਿਹੜਾ ਨਾ ਉਹ
ਬਹੁਤ ਹੀ ਦੁਖਦਾਈ ਹੋ ਜਾਂਦਾ, ਮਨ ਭਰ ਜਾਂਦਾ ਵਾ ਕਿ ਥੋੜ੍ਹੇ ਸਮੇਂ ਹੁਣ ਉਹ ਛੁੱਟੀ ਆ ਰਹੀ ਸੀ। ਅੱਜ ਦੇ ਦਿਨ ਕਹਿੰਦੇ ਉਹਨਾਂ ਨੇ ਛੁੱਟੀ ਆਉਣਾ ਸੀ, ਔਰ ਛੁੱਟੀ ਦੀ ਥਾਂ ਦੇਖ ਲਓ ਇੱਕ ਉੱਧਰੋਂ ਦੀਵਾਲੀ ਆਈ ਹੋਈ ਹੈ। ਦੀਵਾਲੀ ਵੀ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਹੋ ਗਈ, ਚੱਲ ਗਈ ਕਿ ਦੀਵਾਲੀ ਸੀਗੀ, ਤਾਂ ਬਹੁਤ ਦੁੱਖ ਦੀ ਘਟਨਾ ਵਾ। ਦੂਸਰਾ ਇਹ ਆ ਵੀ ਸਰਕਾਰਾਂ ਨੂੰ ਪਰਿਵਾਰਾਂ ਦੀ ਪਿੱਛੇ ਸਾਰ ਲੈਣੀ ਚਾਹੀਦੀ, ਔਰ ਆਪਾਂ ਇੱਥੇ ਲੋਕਲ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਅੱਜ ਤਾਂ ਆਪਾਂ ਸਾਰੇ ਆਏ ਹਾਂ, ਔਰ ਹਰ ਸਾਲ ਉਹਨਾਂ ਦੇ ਜੋ ਇਹ ਦਿਨ ਆਇਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਂਦੇ ਰਹੀਏ। ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਸ਼ਹੀਦਾਂ ਕਰਕੇ ਹੀ ਅੱਜ ਸਾਡਾ ਦੇਸ਼ ਆਜ਼ਾਦ ਹੈ। ਬਹੁਤ ਵੱਡੀਆਂ ਕੁਰਬਾਨੀਆਂ। ਸਾਡਾ ਕੰਢੀ ਏਰੀਆ ਦਸੂਹਾ ਹਲਕਾ ਜਿਹੜਾ, ਇਹਦੇ 'ਚ ਬਹੁਤ ਜ਼ਿਆਦਾ ਆਰਮੀ 'ਚ ਬੱਚੇ ਨੇ, ਆਰਮੀ ਦੇ ਜਵਾਨ ਹੈ ਬਹੁਤ ਜ਼ਿਆਦਾ, ਔਰ ਸਰਹੱਦਾਂ ਦੇ ਹਮੇਸ਼ਾ ਹੀ ਸਮੇਂ ਸਿਰ ਉਹਨਾਂ ਦੀਆਂ ਸ਼ਹੀਦੀਆਂ ਆਈਆਂ। ਉਹਨਾਂ ਨੇ ਬਾਰਡਰਾਂ 'ਤੇ ਡਿਊਟੀਆਂ ਕਰਕੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਿਆ। ਅਸੀਂ ਅੱਜ ਆਰਾਮ ਦੀ ਨੀਂਦ ਸੌਂ ਰਹੇ ਹਾਂ, ਅਤੇ ਇਹਨਾਂ ਸ਼ਹੀਦਾਂ ਕਰਕੇ ਦੁੱਖ ਤਾਂ ਬਹੁਤ ਹੁੰਦਾ। ਜਿਸ ਪਰਿਵਾਰ ਦੇ ਵਿੱਚੋਂ ਇਹ ਬੱਚਾ ਵਿਛੜਿਆ, ਸਾਡੇ ਵਿੱਚੋਂ, ਸਾਡੇ ਪਰਿਵਾਰਾਂ 'ਚੋਂ ਹੀ ਹੈ ਇਹ ਬੱਚਾ ਸੁਰਜੀਤ ਸਿੰਘ, ਕਿ ਜਿਹਦੇ ਦੁੱਖ ਤਾਂ ਬਹੁਤ ਲੱਗਦਾ। ਪਰ ਸਰਹੱਦਾਂ 'ਤੇ ਵੀ ਇਹ ਸਾਰੇ ਕੰਮ ਸਮੇਂ ਉਮਰ ਦੇ ਹਿਸਾਬ ਨਾਲ ਜੋ ਕੁਦਰਤ ਨੇ ਉਮਰ ਦੇਣੀ ਹੈ ਉਹ ਭੋਗ ਕੇ ਇਹ ਚਲਾ ਗਿਆ। ਅੱਜ ਇਹਦੇ ਪਰਿਵਾਰ ਨੂੰ, ਸਾਡੇ ਇਲਾਕੇ ਨੂੰ ਮਾਣ ਵੀ ਹੈ ਕਿ ਇੱਕ ਸ਼ਹੀਦ ਦੇਸ਼ ਦੀ ਖਾਤਰ ਸਾਡੇ ਇਸ ਇਲਾਕੇ 'ਚੋਂ ਦੇਸ਼ 'ਤੇ ਕੁਰਬਾਨ ਹੋਇਆ, ਅਤੇ ਦੁੱਖ ਵੀ ਹੈ ਅਤੇ ਮਾਣ ਵੀ ਹੈ। ਸੋ ਉਹਦੇ ਪਰਿਵਾਰ ਨਾਲ ਬਹੁਤ ਹਮਦਰਦੀ ਹੈ ਮੈਨੂੰ, ਉਹਦੇ ਨਾਲ ਬਹੁਤ ਹਮਦਰਦੀ ਹੈ ਕਿ ਪਰਮਾਤਮਾ ਉਹਨਾਂ ਨੂੰ ਸਵਰਗਾਂ 'ਚ ਵਾਸ ਦੇਵੇ ਕਿ ਜਿਨ੍ਹਾਂ ਨੇ ਦੇਸ਼ ਦੀ ਖਾਤਰ ਸ਼ਹੀਦੀ ਦਿੱਤੀ ਹੈ। ਕੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਪਬਲਿਕ ਕਾਲਜ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ? ਟੋਰਾਂਟੋ, ਵੈਨਕੂਵਰ, ਐਲਬਰਟਾ, ਮੌਂਟਰੀਅਲ ਜਾਂ ਕਿਤੇ ਹੋਰ ਜਾਣਾ ਚਾਹੁੰਦੇ ਹੋ? ਅਸੀਂ ਤੁਹਾਡੇ ਲਈ ਦਸੂਹਾ ਦੇ ਵਿੱਚ 8 ਨਵੰਬਰ 2021 ਨੂੰ ਮੈਗਾ ਸੈਮੀਨਾਰ ਕਰਵਾ ਰਹੇ ਹਾਂ, ਜਿੱਥੇ 350 ਪਲੱਸ ਕਾਲਜ ਦੇ ਕਾਉਂਸਲਰ ਸਟੂਡੈਂਟਸ ਨਾਲ ਮਿਲਣਗੇ ਸਿੱਧੇ। ਰਿਫਿਊਜ਼ ਹੋਏ ਕੇਸ ਵਾਲੇ ਸਟੂਡੈਂਟਸ ਜ਼ਰੂਰ ਮਿਲਣ। ਅਸੀਂ ਤੁਹਾਡਾ ਵੀਜ਼ਾ ਵੀ ਲਗਵਾ ਕੇ ਦੇਵਾਂਗੇ ਤੇ ਪੈਸੇ ਵੀ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਸੋਚ ਕੀ ਰਹੇ ਹੋ? ਹੁਣੇ ਬੁੱਕ ਕਰੋ ਆਪਣੀ ਅਪਾਇੰਟਮੈਂਟ ਤੇ 8 ਨਵੰਬਰ ਨੂੰ ਮਿਲਦੇ ਹਾਂ। ਹਰੀਆ।